ਸੋ ਬਿਕਰਮ ਮਜੀਠੀਆ ਦੀ ਵੀ ਵੱਡੀ ਖਬਰ ਆ ਰਹੀ ਹੈ। ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਮਹਾਲੀ ਕੋਰਟ ਦੇ ਵਿੱਚ ਆਤਮ ਸਮਰਪਣ ਅੱਜ ਬਿਕਰਮ ਸਿੰਘ ਮਜੀਠੀਆ ਨੇ ਕੀਤਾ ਸੀ। ਮੁਸ਼ਕਲਾਂ ਵੱਧਦੀਆਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਨੇ ਦਿਖਾਈ ਦੇ ਰਹੀਆਂ ਨੇ। ਸੋ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵਧੀਆਂ ਨੇ। ਸੋ ਡਰੱਗ ਮਾਮਲੇ ਦੇ ਵਿੱਚ 23 ਤਾਰੀਖ ਤੱਕ ਜਿਹੜੀਆਂ ਰਾਹਤ ਦੀ ਖਬਰ ਸੀ, ਪਰ ਉਸ ਤੋਂ ਬਾਅਦ ਆਤਮ ਸਮਰਪਣ ਮਜੀਠੀਆ ਨੂੰ ਕਰਨਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਆਤਮ ਸਮਰਪਣ ਕਰ ਦਿੱਤਾ। ਉਸ ਤੋਂ ਬਾਅਦ ਇਹਨਾਂ ਨੂੰ ਕਸਟਡੀ ਦੇ ਵਿੱਚ ਲਿਆ ਗਿਆ ਸੀ ਤੇ ਹੁਣ ਇਹਨਾਂ ਦੀਆਂ ਮੁਸ਼ਕਲਾਂ ਵੱਧਦੀਆਂ ਦਿਖਾਈ ਦੇ ਰਹੀਆਂ ਨੇ। ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਤੇ ਕਿ ਕਥਿਤ ਡਰੱਗ ਦੇ ਇਲਜ਼ਾਮ ਲੱਗੇ, ਪਰ ਦੂਜੇ ਪਾਸੇ ਬਿਕਰਮ ਮਜੀਠੀਆ ਤੇ ਕੁਝ ਮਹੀਨੇ ਪਹਿਲਾਂ ਪਰਚਾ ਕਾਂਗਰਸ ਨੇ ਕੀਤਾ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਨੂੰ ਸਿਆਸੀਕਰਨ ਦੱਸਿਆ ਸੀ ਕਿ ਜਾਣਬੁੱਝ ਕੇ ਸਿਆਸਤ ਕੀਤੀ ਜਾ ਰਹੀ ਹੈ, ਪਰ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਕਸਟਡੀ ਵਿੱਚ ਲਿਆ ਗਿਆ ਹੈ, ਉਹਨਾਂ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ। ਮੁਸ਼ਕਲਾਂ ਵਧੀਆਂ ਕਿਵੇਂ ਨੇ ਕਿ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਕਸਟਡੀ ਦੇ ਵਿੱਚ ਭੇਜਿਆ ਗਿਆ। ਸੋ ਕਸਟਡੀ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੇ 24 ਫਰਵਰੀ ਤੋਂ 8 ਮਾਰਚ ਤੱਕ ਜੁਡੀਸ਼ੀਅਲ ਕਸਟਡੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਰਹਿਣਗੇ। ਮਜੀਠੀਆ ਨੇ ਮਹਾਲੀ ਕੋਰਟ ਦੇ ਵਿੱਚ ਆਤਮ ਸਮਰਪਣ ਕੀਤਾ ਸੀ। ਸੋ ਜੁਡੀਸ਼ੀਅਲ ਕਸਟਡੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਰਹਿਣਗੇ। ਸੋ 24 ਫਰਵਰੀ ਤੋਂ 8 ਮਾਰਚ ਤੱਕ ਦਾ ਸਮਾਂ, ਯਾਨੀ ਕਿ ਨਤੀਜਿਆਂ ਤੋਂ 2 ਦਿਨ ਪਹਿਲਾਂ ਤੱਕ 8 ਮਾਰਚ ਤੱਕ ਬਿਕਰਮ ਮਜੀਠੀਆ ਕਸਟਡੀ ਦੇ ਵਿੱਚ ਰਹਿਣਗੇ, ਬਾਹਰ ਨਹੀਂ ਆ ਸਕਣਗੇ। ਸਵਾਲ ਇਹ ਹੈ ਕਿ ਬਿਕਰਮ ਮਜੀਠੀਆ ਨੇ ਜ਼ਮਾਨਤ ਮੰਗੀ ਸੀ, ਉਸ ਜ਼ਮਾਨਤ ਤੇ ਕੀ ਸਟੇਟਸ ਹੈ, ਕੀ ਉਹਨਾਂ ਨੂੰ ਰਾਹਤ ਮਿਲਦੀ ਹੈ ਕਿ ਨਹੀਂ, ਪਰ ਮੁਸ਼ਕਲਾਂ ਉਹਨਾਂ ਦੀਆਂ ਜ਼ਰੂਰ ਵੱਧ ਚੁੱਕੀਆਂ ਨੇ। ਸੋ ਬਿਕਰਮ ਸਿੰਘ ਮਜੀਠੀਆ 24 ਫਰਵਰੀ ਤੋਂ 8 ਮਾਰਚ ਤੱਕ ਜੁਡੀਸ਼ੀਅਲ ਕਸਟਡੀ ਤੇ ਨੇ। ਸਰੈਂਡਰ ਬਿਕਰਮ ਮਜੀਠੀਆ ਨੇ ਅਦਾਲਤ ਵਿੱਚ ਜਾ ਕੇ ਕੀਤਾ ਸੀ। ਸੋ ਬਿਕਰਮ ਸਿੰਘ ਮਜੀਠੀਆ ਦਾ ਜ਼ਿਕਰ ਹੋ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਸਰੈਂਡਰ ਕੀਤਾ, ਤਾਂ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਵੱਲੋਂ ਸਰੈਂਡਰ ਕਰਨ ਤੋਂ ਬਾਅਦ ਉਹਨਾਂ ਦੇ ਮੁਸ਼ਕਲਾਂ ਵਧੀਆਂ ਨੇ। 8 ਮਾਰਚ ਤੱਕ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਤੇ ਰੱਖਿਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਜਿਹੜੇ ਕਿ ਨਸ਼ਿਆਂ ਦੇ ਮਾਮਲੇ 'ਚ ਵੱਡੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਨੇ। ਹਾਲਾਂਕਿ ਕਈ ਲੀਡਰਾਂ ਨੇ ਮਾਫੀ ਬਿਕਰਮ ਮਜੀਠੀਆ ਤੋਂ ਮੰਗੀ, ਪਰ ਬਿਕਰਮ ਮਜੀਠੀਆ ਤੇ ਕਾਂਗਰਸ ਨੇ ਪਰਚਾ ਦਰਜ ਕੀਤਾ। ਕਾਂਗਰਸ ਇਸ ਨੂੰ ਉਪਲਬਧੀ ਦੱਸ ਰਹੀ ਸੀ ਤੇ ਸ਼੍ਰੋਮਣੀ ਅਕਾਲੀ ਇਸ ਨੂੰ ਸਿਆਸੀਕਰਨ ਦੱਸ ਰਿਹਾ ਸੀ। ਅਕਾਲੀ ਦਲ ਮੁਤਾਬਕ ਇਹ ਸਿਰਫ ਸਿਆਸੀਕਰਨ ਹੋ ਰਿਹਾ ਹੈ, ਪਰ ਮਾਮਲਾ ਸ਼ੁਰੂ ਕਿੱਥੋਂ ਹੋਇਆ? ਮਾਮਲਾ 2003 ਦੀ ਇੱਕ PIL ਤੋਂ ਸ਼ੁਰੂ ਹੋਇਆ, ਜੋ ਸਾਬਕਾ DGP ਸ਼ਸ਼ੀਕਾਂਤ ਨੇ ਪਾਈ, ਜਿਹੜੀ ਕਿ ਜਨਹਿਤ ਜਾਚਕਾ ਤੋਂ ਬਾਅਦ ਇੱਕ ਵੱਡਾ ਜਿਹੜਾ ਆਧਾਰ ਰੱਖਦੀ ਹੈ ਤੇ ਬਾਅਦ ਵਿੱਚ ਬਰਖਾਸਤ DSP ਭੋਲਾ ਦੀ ਗ੍ਰਿਫਤਾਰੀ ਹੁੰਦੀ ਹੈ। ਭੋਲਾ ਬਿਕਰਮ ਮਜੀਠੀਆ ਦਾ ਨਾਮ ਔਨ ਦਾ ਰਿਕਾਰਡ ਮੀਡੀਆ ਤੇ ਲੈਂਦੇ ਨੇ ਤੇ ਬਾਅਦ ਵਿੱਚ ED ਵੀ ਕਾਰਵਾਈ ਕਰਦੀ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਦੇ ਵਿੱਚ ਬਿਕਰਮ ਮਜੀਠੀਆ ਦੇ ਬਿਆਨ ਕਲਮਬੰਦ ਹੁੰਦੇ ਨੇ। ਹਾਲਾਂਕਿ 2015 ਦੀ ਗੱਲ ਹੈ, ਜਦੋਂ BJP ਅਤੇ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੀ ਸਰਕਾਰ ਸੀ। ਹਾਲਾਂਕਿ ED ਦੇ ਅਫਸਰਾਂ ਦੇ ਤਬਾਦਲੇ ਤੱਕ ਵੀ ਹੁੰਦੇ ਰਹੇ। ਮੁੱਖ ਸਵਾਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਉਸ ਵੇਲੇ ਆਇਆ ਸੀ ਜਦੋਂ ਬਿਕਰਮ ਮਜੀਠੀਆ ਤੇ ਪਰਚਾ ਦਰਜ ਹੋਇਆ ਸੀ। ਕੈਪਟਨ ਮੁਤਾਬਕ ਇਹ ਪਰਚਾ ਸਿਰਫ ਖਾਨਾ ਪੂਰਤੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਵਿੱਚ ਦਾਅਵਾ ਕੀਤਾ ਸੀ ਕਿ ਪਰਚਾ ਬਹੁਤ ਕਮਜ਼ੋਰ ਹੈ, ਮਜੀਠੀਆ ਦੂਜੇ ਤੀਜੇ ਦਿਨ ਬਾਹਰ ਆਉਣਗੇ। ਹਾਲਾਂਕਿ ਬਿਕਰਮ ਮਜੀਠੀਆ ਨੂੰ ਰਾਹਤ ਨਹੀਂ ਮਿਲੀ। ਮਹਾਲੀ ਕੋਰਟ 'ਚ ਉਹਨਾਂ ਨੇ ਆਤਮ ਸਮਰਪਣ ਕੀਤਾ, ਪਰ ਰਾਹਤ ਇੰਨੀ ਸੀ ਕਿ 23 ਫਰਵਰੀ ਤੱਕ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਡਿਊ ਟੂ ਇਲੈਕਸ਼ਨਸ। ਵੱਡੀ ਪਰਸਨੈਲਿਟੀ ਹੋਣ ਦੇ ਬਾਵਜੂਦ ਇਹ ਅਦਾਲਤ ਦੇ ਵਿੱਚ ਦੱਸਿਆ ਗਿਆ। ਪਰ ਦੂਜੇ ਪਾਸੇ ਬਿਕਰਮ ਮਜੀਠੀਆ ਤੋਂ ਹੁਣ ਕਿਸ ਤਰ੍ਹਾਂ ਦੀ ਜਿਹੜੀ ਪੁੱਛ ਪੜਤਾਲ ਹੋਏਗੀ, ਕਿਉਂਕਿ 8 ਮਾਰਚ ਤੱਕ ਜੁਡੀਸ਼ੀਅਲ ਕਸਟਡੀ ਤੇ ਬਿਕਰਮ ਮਜੀਠੀਆ ਰਹਿਣਗੇ। ਨੀਤਿਕਾ ਮਹੇਸ਼ਵਰੀ ਇਸ ਖਬਰ ਤੇ ਜਾਣਕਾਰੀ ਦੀ ਸਾਂਝ ਸਾਡੇ ਨਾਲ ਜ਼ਿਆਦਾ ਪਾਉਣਗੇ। ਜੀ ਪੰਜਾਬ ਦੇ ਬਿਊਰੋ ਚੀਫ ਨੀਤਿਕਾ, ਕੀ ਅਪਡੇਟ ਇਸ ਖਬਰ ਤੇ ਤੁਹਾਡੇ ਕੋਲ? किशन देखो ये प्रोसीजर होंदा है कि जदों कोई आरोपी सरैंडर करता है तो उस तो बाद कस्टडी दे विच जिहड़ी SIT लैंदी है या फिर अरेस्ट जिहड़ी है ओह करदी है ते SIT वल्लों कस्टडी दे विच लिया गया। इन्वेस्टिगेशन जिहड़ी है ओह कीती गई, पुछगिछ जिहड़ी है बिक्रम मजीठिया तो कीती गई। उस तो बाद मैजिस्ट्रेट कोल पेश किया गया
ਤੇ ਉਸ ਵੇਲੇ ਰਿਮਾਂਡ ਜਿਹੜੀ ਹੈ ਉਹ ਮੰਗਦੀ ਹੈ ਐਸਆਈਟੀ। ਪਰ ਇਸ ਮਾਮਲੇ ਦੇ ਵਿੱਚ ਕੋਰਟ ਨੇ ਯਾਨੀ ਕਿ ਮੈਜਿਸਟ੍ਰੇਟ ਨੇ ਵਿਕਰਮ ਮਜੀਠੀਆ ਨੂੰ 8 ਮਾਰਚ ਤੱਕ ਜੁਡੀਸ਼ੀਅਲ ਕਸਟਡੀ ਤੇ ਭੇਜ ਦਿੱਤਾ ਹੈ। यानी कि मैजिस्ट्रेट ने अपना फैसला जिहड़ा वो जरूर सुना दिता है। पर तुहानूं दस दईए कि विक्रम मजीठिया वालों नाल दी नाल ही जमानत याचिका जिहड़ी है वो मोहाली कोर्ट दे विच पाई हुई है, क्योंकि सुप्रीम कोर्ट के ऑर्डर सीगे कि तुसीं सरैंडर करो तो तुसीं दोबारा तो अपील जिहड़ी है उत्थे कर सकते हो, क्योंकि एक बार उन्हां दी जमानत याचिका मोहाली कोर्ट तो खारिज हो चुकी है। पर सुप्रीम कोर्ट के आदेश से यही कारण है कि हाले जमानत याचिका ते सुनवाई जिहड़ी है होनी है। भावें मैजिस्ट्रेट ने जुडिशियल कस्टडी के ऑर्डर्स दे दिते ने, पर जे बेल मिल जाती है यानी कि किसी भी तरह का कोई रिलीफ जिहड़ा विक्रम मजीठिया नूं मिल जाता है तो वह बहुत वड्डी राहत जिहड़ी है मजीठिया लई होवेगी। फिलहाल तुहानूं दस दईए कि बेल एप्लीकेशन ते सुनवाई होनी बाकी है, वो अज ही उस मामले ते सुनवाई जिहड़ी है वह कीती जानी है। पर मोहाली कोर्ट तो ਜਿਹੜੀ ਹੈ ਪਹਿਲਾਂ ਰਾਹਤ ਵਿਕਰਮ ਮਜੀਠੀਆ ਨੂੰ ਨਹੀਂ ਮਿਲੀ ਸੀ। ਇਹੀ ਕਾਰਨ ਸੀਗਾ ਉਹਨਾਂ ਵੱਲੋਂ ਹਾਈ ਕੋਰਟ ਦਾ ਰੁਖ ਕੀਤਾ ਗਿਆ ਸੀ। ਹਾਈ ਕੋਰਟ ਤੋਂ ਵੀ ਉਹਨਾਂ ਨੂੰ ਭਾਵੇਂ ਜਿਹੜੀ ਹੈ ਇੰਟਰਿਮ ਰਿਲੀਫ ਇੱਕ ਵਾਰ ਜ਼ਰੂਰ ਮਿਲ ਗਿਆ ਸੀ, ਪਰ ਉਹਨਾਂ ਦੀ ਜ਼ਮਾਨਤ ਯਾਚਿਕਾ ਹਾਈ ਕੋਰਟ ਨੇ ਵੀ ਖਾਰਿਜ ਕਰ ਦਿੱਤੀ ਸੀ, ਜਿਸ ਤੋਂ ਬਾਅਦ ਵਿਕਰਮ ਮਜੀਠੀਆ ਵੱਲੋਂ ਸੁਪਰੀਮ ਕੋਰਟ ਦਾ ਰੁਖ ਜਿਹੜਾ ਹੈ ਉਹ ਕੀਤਾ ਗਿਆ ਸੀਗਾ। ਤੇ ਸੁਪਰੀਮ ਕੋਰਟ ਨੇ ਹੀ ਕਿਹਾ ਸੀ ਵਿਕਰਮ ਮਜੀਠੀਆ ਨੂੰ ਕਿ 23 ਫਰਵਰੀ ਤੱਕ ਜਿਹੜਾ ਵਿਕਰਮ ਮਜੀਠੀਆ ਨੂੰ ਸਰੈਂਡਰ ਕਰਨਾ ਪਏਗਾ ਤੇ ਉਸ ਤੋਂ ਬਾਅਦ ਉਹ ਅਪੀਲ ਦੁਬਾਰਾ ਤੋਂ ਪਾ ਸਕਦੇ ਨੇ। ਤੇ ਫਿਲਹਾਲ ਮੋਹਾਲੀ ਕੋਰਟ ਦੇ ਵਿੱਚ ਹੀ ਖੜੇ ਆ, ਹਲਚਲ ਜਿਹੜੀ ਉਹ ਇੱਥੇ ਜ਼ਰੂਰ ਦਿਖ ਰਹੀ ਹੈ। ਤੇ ਅਸੀਂ ਪਹਿਲਾਂ ਹੀ ਜਿਸ ਤਰ੍ਹਾਂ ਦੱਸਿਆ ਸੀਗਾ ਕਿ ਐਸਆਈਟੀ ਸਵੇਰੇ ਹੀ ਪਹੁੰਚ ਗਈ ਸੀਗੀ, ਵਿਕਰਮ ਮਜੀਠੀਆ ਦੇ ਸਰੈਂਡਰ ਕਰਦੇ ਹੀ ਬਲਰਾਜ ਸਿੰਘ ਦੀ ਅਗਵਾਈ ਵਾਲੀ ਐਸਆਈਟੀ ਇੱਥੇ ਪਹੁੰਚੀ ਸੀਗੀ। 1 ਘੰਟਾ ਜਿਹੜੀ ਹੈ ਪੁੱਛਗਿੱਛ ਵਿਕਰਮ ਮਜੀਠੀਆ ਤੋਂ ਕੀਤੀ ਵੀ ਗਈ ਹੈ। ਫਿਲਹਾਲ ਪੁਲਿਸ ਰਿਮਾਂਡ ਤੇ ਨਹੀਂ ਭੇਜਿਆ ਗਿਆ ਹੈ, ਬਲਕਿ ਜਿਹੜਾ ਹੈ ਜੁਡੀਸ਼ੀਅਲ ਕਸਟਡੀ ਚ ਭੇਜਿਆ ਜਾ ਰਿਹਾ ਹੈ ਵਿਕਰਮ ਮਜੀਠੀਆ ਨੂੰ 8 ਮਾਰਚ ਲਈ। ਫਿਲਹਾਲ ਜ਼ਮਾਨਤ ਯਾਚਿਕਾ ਤੇ ਸੁਣਵਾਈ ਹੋਣੀ ਬਾਕੀ ਹੈ, ਦੇਖਣਾ ਹੋਵੇਗਾ ਕਿ ਕੋਰਟ ਦਾ ਕੀ ਰੁਖ ਰਹਿੰਦਾ। ਅਨੈਤਿਕ ਸ਼੍ਰੋਮਣੀ ਅਕਾਲੀ ਦਲ ਦਾ ਇਹ ਮਲਾਲ ਸੀ ਕਿ ਕਾਂਗਰਸ ਸਿਰਫ ਸਿਆਸਤ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਸੀ ਕਿ ਦੂਜੇ ਤੀਜੇ ਦਿਨ ਮਜੀਠੀਆ ਬਾਹਰ ਹੋਣਗੇ, ਪਰਚਾ ਬੜਾ ਕਮਜ਼ੋਰ ਹੈ। ਪਰ ਗਰਾਊਂਡ ਕਿਵੇਂ ਤਿਆਰ ਕੀਤਾ ਗਿਆ ਇਸ ਪਰਚੇ ਦਾ? देखो खुद विक्रम मजीठिया कहते हुए नजर आए थे कि मैं सिर्फ सुप्रीम कोर्ट के ऑर्डर्स की पालना कर रहे हैं। जे अरेस्ट की गल की जाए या फिर कह सकते हैं कि विक्रम मजीठिया की भाल की गल की जाए तो तुहानूं याद होएगा कि जदों केस दर्ज किया गया सीगा तो करीब 20 तो 22 दिन विक्रम मजीठिया की भाल चली सी, पर विक्रम मजीठिया नूं गिरफ्तार नहीं कर पाई सी एसआईटी। ते मोहाली कोर्ट तो उन्हां दी जदों जमानत याचिका रद्द हो गई सी, उस तो बाद भी विक्रम मजीठिया नूं दी तलाश जिहड़ी नहीं कर पाई सी, उन्हां नूं गिरफ्तार नहीं कर पाई सी एसआईटी। बल्कि जो हाई कोर्ट तो रिलीफ मिलिया तो खुद विक्रम मजीठिया ने प्रेस कॉन्फ्रेंस की सी ते कहा सीगा कि मैं पंजाब दे विच ही हाँ। पर यह जरूर है कि विक्रम मजीठिया के वकील वालों अज भी कोर्ट दे विच यही दलीलां जिहड़ियां दित्तियां गईयां ने कि सिर्फ पॉलिटिकल विक्रम मजीठिया नूं फसाउण दी कोशिश। नितिका लाइन ते रहो। विरसा सिंह वलटोहा साडे नाल जुड़ चुके ने। वलटोहा जी, विक्रम मजीठिया नूं जुडिशियल कस्टडी ते भेजिया गया है, पहला बयान श्रोमणी अकाली दल वालों नहीं कोई हैरानी वाली गल नहीं। देखो जो एनडीपीसी एक्ट का मुकदमा दर्ज होंदा आ, भावें कहंदे कि चिट्टे ते जो काला पा दिंदे ने, फिर ਉਹਦਾ हल जिहड़ा आ वो कानून के राही हुंदा आ। तो कानून की लड़ाई लड़ रहे हैं और कानून जो कह रहा उसकी पालना कर रहे हैं। जुडिशियल कस्टडी भी भेज दिता है, पर जित जिहड़ी आ वो सच की होनी है। सच यही है कि एक वंडैटा के तहत मुकदमा दर्ज किया गया, एक व्यक्ति दी, एक राजनीतिक हस्ती दी, विक्रम सिंह मजीठिया वर्गी की शख्सियत तो डरदे होया उन्होंने रोकने लई, उन्होंने अगे कंध करने लई जिहड़ियां सारियां बनता ने बनाईयां गईयां सीगियां, पर कोई नहीं, इलैक्शन हो गई है। हुण असीं भी मैदान च ते 10 दिनां नूं सारा मैदान साडे हत्थ च आउण वाला आ, फिर वेख ला किहड़ा किधर नूं भजदा। वलटोहा जी, जे तुहानूं यह वैंडेटा पॉलिटिक्स लग रही है तो फिर श्रोमणी अकाली दल किहड़े लहजे च जवाब देगा? नहीं जवाब देवांगे जिन्हां ने कानून की उलंघना करके अजिहा केस बनाया है, जिन्हां ने शरेआम गुनाह किया आ, जिन्हां ने निज़मां नूं संविधान नूं तोड़िया आ, वो गुनाहगार ने। गुनाहगारां नूं सज़ा देना कोई पाप नहीं गा कि ऑन रिकॉर्ड है, ऑन रिकॉर्ड के मुताबिक कार्रवाई चलूगी। जे कोई झूठा मुकदमा दर्ज करता है ते ਉਹਦੇ ਵਿਰੁੱਧ ਵੀ ਤੇ ਮੁਕੱਦਮਾ ਹੁੰਦਾ ਹੈ ਨਾ। ਇਹ ਤਾਂ ਹੈ ਨਹੀਂ ਕਿ ਜੋ ਐਸਐਚਓ ਦੇ ਕੋਲੇ ਪਾਵਰ ਹੈ ਜੋ ਮਰਜ਼ੀ ਕਰੀ ਜਾਵੇ, ਜਾਂ ਕਿਸੇ ਹੋਰ ਆਫੀਸਰ ਕੋਲ ਕੋਈ ਪਾਵਰ ਹੈ ਜੋ ਮਰਜ਼ੀ ਕਰੀ ਜਾਵੇ। ਜਿੰਨਾ ਵੀ ਗੁਨਾਹ ਕੀਤਾ ਉਹ ਭੁਗਤਣ ਲਈ ਤਿਆਰ ਹੈ। ਬਿਲਕੁਲ। ਵਲਟੋਹਾ ਜੀ ਲਾਈਨ ਤੇ ਰਹੋ। ਮੇਰੇ ਸਹਿਯੋਗੀ ਨਿਤਿਕਾ ਮਹੇਸ਼ਵਰ ਵੀ ਕੁਝ ਸਵਾਲ ਤੁਹਾਨੂੰ ਕਰਨਾ ਚਾਹੁੰਦੇ ਨੇ। ਨਿਤਿਕਾ।
ਮਜੀਠੀਆ ਜੀ ਤੁਹਾਨੂੰ ਵਲਟੋਆ ਜੀ ਤੁਹਾਨੂੰ ਲੱਗਦਾ ਹੈ ਕਿ ਮੁਸ਼ਕਲਾਂ ਜਿਹੜੀਆਂ ਉਹ ਮਜੀਠੀਆ ਸਾਹਿਬ ਲਈ ਬਚ ਸਕਦੀਆਂ ਨੇ, ਕਿਉਂਕਿ ਜੁਡੀਸ਼ੀਅਲ ਕਸਟਡੀ ਤੇ ਮੈਜਿਸਟ੍ਰੇਟ ਨੇ ਤਾਂ ਭੇਜ ਦਿੱਤਾ ਹੈ, ਹਾਲਾਂਕਿ ਬੇਲ ਐਪਲੀਕੇਸ਼ਨ ਤੇ ਹਲੇ ਸੁਣਵਾਈ ਹੋਣੀ ਜਿਹੜੀ ਹੈ ਬਾਕੀ ਹੈ, ਪਰ ਤੁਹਾਨੂੰ ਲੱਗਦਾ ਕਿ ਅੱਜ ਕਾਂਗਰਸ ਦੇ ਕਈ ਲੀਡਰਸ ਬਹੁਤ ਖੁਸ਼ ਹੋਣਗੇ ਕਿਉਂਕਿ ਲਗਾਤਾਰ ਉਹਨਾਂ ਵੱਲੋਂ ਸਟੇਟਮੈਂਟਸ ਦਿੱਤੀਆਂ ਜਾ ਰਹੀਆਂ ਸੀ, ਚਾਹੇ ਉਹ ਚੰਨੀ ਸਾਹਿਬ ਹੋਣ, ਸੁਖਜਿੰਦਰ ਰੰਧਾਵਾ ਸਾਹਿਬ ਹੋਣ ਜਾਂ ਫਿਰ ਨਵਜੋਤ ਸਿੰਘ ਸਿੱਧੂ ਹੋਣ? ਇਹ ਸਭ ਤੋਂ ਪਹਿਲੀ ਤੇ ਗੱਲ ਕੋਈ 751 ਦਾ ਕੇਸ ਨਹੀਂ ਗਾ, ਕੋਈ ਅਦਾਲਤ ਗਏ, ਐਸਪੀ ਨੇ ਜ਼ਮਾਨਤ ਕੀਤੀ, ਘਰੇ ਆ ਗਏ। ਐਨਡੀਪੀਸੀ ਐਕਟ ਦਾ ਕੇਸ ਹੈ ਔਰ ਅਜਿਹੇ ਕੇਸਾਂ ਦੇ ਵਿੱਚ ਜਿਹੜੀ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਹੈ, ਅਜਿਹੀਆਂ ਰਾਹਤਾਂ ਨਹੀਂ ਮਿਲਦੀਆਂ ਹੁੰਦੀਆਂ, ਅਜਿਹੀਆਂ ਛੋਟਾਂ ਨਹੀਂ ਮਿਲਦੀਆਂ ਹੁੰਦੀਆਂ, ਉਹ ਮਿਲਣੀ ਆਪਣੇ ਆਪ 'ਚ ਬਹੁਤ ਵੱਡੀ ਗੱਲ ਸੀਗੀ। ਔਰ ਜਿਸ ਤੱਕ ਅਜੇ ਜਿਹੜੀ ਸੈਸ਼ਨ ਕੋਰਟ 'ਚ ਸੁਣਵਾਈ ਦੀ ਗੱਲ ਹੈ, ਜ਼ਮਾਨਤ ਦੀ ਗੱਲ, ਉਹ ਚੱਲ ਰਹੀ ਹੈ। ਅਦਾਲਤ ਨੇ ਸਾਰਾ ਕੁਝ ਦੇਖਣਾ ਹੁੰਦਾ ਆ, ਅਦਾਲਤ ਦੇਖੂਗੀ, ਫੈਸਲਾ ਦਊਗੀ ਆਪਦਾ। ਜ਼ਮਾਨਤ ਤੇ ਫੈਸਲਾ ਅੱਜ ਦਿੰਦੀ ਹੈ ਜਾਂ ਕੱਲ੍ਹ ਦਿੰਦੀ ਹੈ ਜਾਂ ਪਰਸੋਂ ਦਿੰਦੀ ਹੈ ਜਾਂ ਪੈਂਡਿੰਗ ਕਰਦੀ ਹੈ ਜਾਂ ਕੀ ਕਰਦੀ ਹੈ, ਉਦੋਂ ਬਾਅਦ ਜਿਹੜੇ ਸਾਡੇ ਕੋਲ ਬਥੇਰੇ ਰਸਤੇ ਨੇ, ਹਾਂਜੀ ਉਹਨਾਂ ਰਸਤਿਆਂ ਨੂੰ ਅਖਤਿਆਰ ਕਰਾਂਗੇ। ਤੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਹੈ ਕਿ ਮੇਰੇ ਕੇਸ ਦਾ ਇੱਕ ਮੇਰੇ ਤੇ ਕਤਲ ਕੇਸ ਚਲਾਇਆ ਗਿਆ, ਤੁਹਾਡੇ ਸਾਹਮਣੇ ਜਿਹੜਾ ਚੱਲਿਆ ਸੀਗਾ 302 ਦਾ, 30 ਸਾਲ ਪਹਿਲਾਂ ਨਿਬੇੜਾ ਹੋ ਚੁੱਕਾ ਸੀਗਾ, ਭੌਂ ਕੇ ਕੱਢਿਆ ਗਿਆ। ਮੇਰੇ ਹੱਥ ਪਰੇਸ਼ਾਨੀ ਖੜੀ ਕਰਨ ਦੀ ਕੋਸ਼ਿਸ਼ ਕੀਤੀ ਗਈ ਨਾ, ਹਾਂਜੀ, ਤੇ ਕੀ ਨਿਕਲਿਆ ਉਹਦੇ ਚੋਂ? ਸੱਚ ਦੀ ਜਿੱਤ ਹੋਈ ਨਾ ਉਹਦੇ ਚੋਂ, ਬਰੀ ਹੋਇਆ ਮੈਂ, ਬਾਇਜਿਤ ਬਰੀ ਹੋਇਆ, ਨਵੇਂ ਗਵਾਹ ਖੜੇ ਕੀਤੇ ਗਏ, ਬਹੁਤ ਕੁਝ ਨਵਾਂ ਕੀਤਾ ਗਿਆ। ਇਤਨਾ ਜਿਹੜਾ ਕਿਤੇ ਤੇ ਕਾਲਾ ਪਾ ਦਿੰਦੇ ਹੈ, ਫਿਰ ਅਦਾਲਤਾਂ ਦੇ ਚੱਕਰ ਜਿਹੜੇ ਕੱਟਣੇ ਪੈਂਦੇ, ਉਸ ਪ੍ਰੋਸੈਸ ਚ ਲੰਘਣਾ ਪੈਂਦਾ। ਲੰਘ ਰਹੇ ਆ, ਕੋਈ ਪ੍ਰਵਾਹ ਨਹੀਂ, ਪਰ ਜਿਹੜੇ ਅੱਜ ਹੱਸਦੇ ਹੋਣਗੇ ਨਾ, ਉਹ ਧਾਹਾਂ ਮਾਰ ਲਈ ਤਿਆਰ ਰਹਿਣਾ। ਬਿਲਕੁਲ, ਦੇਖੋ ਕਿਸ਼ਨ, ਕਹਿ ਸਕਦੇ ਹਾਂ ਕਿ ਹਾਲੇ ਫਿਲਹਾਲ ਸਾਨੂੰ ਇੰਤਜ਼ਾਰ ਕਰਨਾ ਪਏਗਾ ਕਿ ਜ਼ਮਾਨਤ ਯਾਚੀਕਾ ਤੇ ਕੋਰਟ ਦਾ ਕੀ ਰੁਖ ਰਹਿੰਦਾ ਹੈ, ਕਿਉਂਕਿ ਦਲੀਲਾਂ ਜਿਹੜੀਆਂ ਨੇ ਪਹਿਲਾਂ ਮੋਹਾਲੀ ਕੋਰਟ ਦੇ ਵਿੱਚ ਵੀ ਦਿੱਤੀਆਂ ਸੀਗੀਆਂ। ਬਿਲਕੁਲ ਬਹੁਤ ਸ਼ੁਕਰੀਆ ਵਲਟੋਹਾ ਸਾਹਿਬ ਤੁਹਾਡਾ ਸਾਡੇ ਨਾਲ ਜੁੜਨ ਲਈ। ਪਰ ਨਿਤਿਕਾ, ਇੱਥੇ ਮੁੱਖ ਸਵਾਲ ਇਹ ਹੈ ਨਾ, ਦੇਖੋ ਬਿਕਰਮ ਮਜੀਠੀਆ ਐਂਡ ਪਾਰਟੀ ਇਸ ਚੀਜ਼ ਦੀ ਜ਼ਿਕਰ ਕਰਦੀ ਸੀ ਕਿ ਦੇਖੋ ਅਸੀਂ ਪਾਕ ਐਂਡ ਸਾਫ਼ ਹੋ ਕੇ ਨਿਕਲਾਂਗੇ ਇਸ ਕੇਸ ਚੋਂ, ਪਰ ਵੱਖ-ਵੱਖ ਲੀਡਰਾਂ ਦੇ ਵੱਡੇ ਬਿਆਨ ਹੈ। ਮੈਂ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਮੁੜ ਤੋਂ ਇਸ 'ਚ ਜ਼ਿਕਰ ਕਰਾਂਗਾ। ਕੈਪਟਨ ਨੇ ਕਿਹਾ ਕਿ ਦੂਜੇ ਤੀਜੇ ਦਿਨ ਕੈਪਟਨ ਇਸ ਚੀਜ਼ ਦਾ ਦਾਅਵਾ ਕਰ ਰਹੇ ਸੀ ਕਿ ਬਿਕਰਮ ਮਜੀਠੀਆ ਬਾਹਰ ਆ ਜਾਣਗੇ, ਐਡਾ ਕਮਜ਼ੋਰ ਕੇਸ ਬੰਨਿਆ ਗਿਆ ਹੈ। ਜੇ ਕੈਪਟਨ ਨੂੰ ਕਮਜ਼ੋਰ ਕੇਸ ਲੱਗਦਾ ਸੀ ਤਾਂ ਮਜੀਠੀਆ ਨੂੰ ਰਾਹਤ ਨਾ ਮਿਲਣ ਦੇ ਵੀ ਵੱਡੇ ਮਾਇਨੇ ਨੇ। ਦੇਖੋ, ਜਦੋਂ ਕਿਸ਼ਨ ਐਨਡੀਪੀਐਸ ਐਕਟ ਦੇ ਤਹਿਤ ਅਲੱਗ-ਅਲੱਗ ਧਾਰਾਵਾਂ ਲੱਗ ਜਾਂਦੀਆਂ ਨੇ, ਜਿਹਦੇ ਵਿੱਚ 25, 27 ਤੇ 29 ਧਾਰਾਵਾਂ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਤਾਂ ਇਹ ਨੋਨ ਬੇਲੇਬਲ ਹੈ। ਤਾਂ ਇਹ ਤਾਂ ਜ਼ਰੂਰ ਹੈ ਕਿ ਪਹਿਲਾਂ ਹੀ ਜਿਹੜਾ ਕੇਸ ਦਰਜ ਕੀਤਾ ਗਿਆ ਸੀਗਾ ਉਸ ਦੇ ਮੁਤਾਬਿਕ ਗ੍ਰਿਫਤਾਰੀ ਕਦੋਂ ਵੀ ਕੀਤੀ ਜਾ ਸਕਦੀ ਸੀ ਕਿ ਬਿਕਰਮ ਮਜੀਠੀਆ ਦੀ। ਪਰ ਇਹ ਕਹਿ ਸਕਦੇ ਹਾਂ ਕਿ ਐਸਆਈਟੀ ਨੇ ਕੋਸ਼ਿਸ਼ਾਂ ਪੂਰੀਆਂ ਕੀਤੀਆਂ ਪਰ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਨਹੀਂ ਕਰ ਪਾਏ। ਕੇਸ ਦੀ ਜੇ ਗੱਲ ਕੀਤੀ ਜਾਵੇ, ਅਸੀਂ ਉਦੋਂ FIR ਵੀ ਪੜ੍ਹੀ ਸੀ, 40 ਪੇਜਾਂ ਤੋਂ ਜ਼ਿਆਦਾ ਦੀ FIR ਸੀ, ਕਰੀਬ 50 ਪੇਜਿਸ ਦੀ ਇਹ FIR ਦਰਜ ਕੀਤੀ ਗਈ ਸੀ। ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਅਸੀਂ STF ਦੀ ਰਿਪੋਰਟ ਨੂੰ ਆਧਾਰ ਬਣਾ ਕੇ ਨਾਲ ਹੀ ਜਿਹੜੇ ਡਰੱਗਸ ਕੇਸ ਦੇ ਵਿੱਚ ਦੋਸ਼ੀ ਪਾਏ ਗਏ ਨੇ, ਯਾਨੀ ਕਿ ਚਾਹੇ ਉਹ ਜਗਦੀਸ਼ ਭੋਲਾ ਦੀ ਸਟੇਟਮੈਂਟ ਹੋਵੇ ਜਾਂ ਹੋਰਾਂ ਦੀ, ਉਹਨਾਂ ਦੀ ਸਟੇਟਮੈਂਟਸ ਨੂੰ ਮੱਦੇਨਜ਼ਰ ਰੱਖ ਕੇ ਅਸੀਂ ਇਹ ਕੇਸ ਜਿਹੜਾ ਹੈ ਉਹ ਬਿਕਰਮ ਮਜੀਠੀਆ ਦੇ ਖਿਲਾਫ ਦਰਜ ਕਰ ਰਹੇ ਹਾਂ। ਉਹਨਾਂ ਵੱਲੋਂ ਆਪਣੀਆਂ ਦਲੀਲਾਂ ਦਿੱਤੀਆਂ ਗਈਆਂ ਸੀਗਾ ਕਿ ਅਸੀਂ DGP ਸਿਧਾਰਥ ਚਟੋਪਾਧਿਆਏ ਦੀ ਓਪੀਨੀਅਨ ਲਈਆਂ ਨੇ, ਅਸੀਂ AG ਪਟਵਾਲੀਆ ਦੀਆਂ ਜਿਹੜੀਆਂ ਓਪੀਨੀਅਨ ਹੈ ਉਹ ਲਈਆਂ ਨੇ। ਤਾਂ ਉਹਨਾਂ ਵੱਲੋਂ ਆਪਣੀ FIR ਜਿਹੜੀ ਤਿਆਰ ਕੀਤੀ ਗਈ ਸੀ, ਸਰਕਾਰ ਉਸ ਨੂੰ ਮਜ਼ਬੂਤ ਦੱਸ ਰਹੀ ਸੀਗੀ, ਪਰ ਜੇ ਵਿਰੋਧੀ ਧਿਰਾਂ ਦੀ ਗੱਲ ਕੀਤੀ ਜਾਵੇ, ਆਮ ਆਦਮੀ ਪਾਰਟੀ ਹੋਵੇ ਜਾਂ ਫਿਰ BJP, ਉਹਨਾਂ ਵੱਲੋਂ ਸਾਫ਼ ਤੌਰ ਤੇ ਬਿਲਕੁਲ ਉਹ ਸੁਭਾਵਿਕ ਹੈ ਕਿ ਸਵਾਲ ਉਹ ਚੱਕਣ, ਕਿਉਂਕਿ ਸਿਆਸਤ ਵਿੱਚ ਸਿਆਸਤਦਾਨਾਂ ਨੇ ਸਿਆਸਤ ਕਰਨੀ ਹੁੰਦੀ ਹੈ। ਨਿਤਿਕਾ ਲਾਈਨ ਤੇ ਰਹੇ ਹੋ। ਕੁਲਦੀਪ ਸਿੰਘ ਵੈਦ ਸਾਡੇ ਨਾਲ ਜੁੜ ਚੁੱਕੇ ਨੇ ਗਿੱਲ ਤੋਂ, ਉਹਨਾਂ ਨੇ ਇਲੈਕਸ਼ਨ ਇਸ ਵਾਰ ਲੜੀ ਹੈ। ਵੈਦ ਜੀ, ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵੱਧ ਰਹੀਆਂ ਨੇ, ਸ਼੍ਰੋਮਣੀ ਅਕਾਲੀ ਦਲ ਬਿਆਨ ਦੇ ਰਿਹਾ ਹੈ ਕਿ ਅਸੀਂ ਆਪਣੇ ਅੰਦਾਜ਼ 'ਚ ਕਾਂਗਰਸ ਨੂੰ ਜਵਾਬ ਦੇਵਾਂਗੇ। ਦੇਖੋ, ਕਾਨੂੰਨ ਦੀ ਜਿਹੜੀ ਪ੍ਰਕਿਰਿਆ ਹੈ ਉਹ ਬਹੁਤ ਸਪਸ਼ਟ ਹੈ ਜੀ। ਕਨਸਟੀਟਿਊਸ਼ਨ ਆਫ ਇੰਡੀਆ ਕਹਿੰਦਾ ਇਕੁਅਲ ਪ੍ਰੋਟੈਕਸ਼ਨ ਆਫ ਲਾ ਐਂਡ ਇਕੁਐਲਿਟੀ ਬਿਫੋਰ ਲਾ। ਕਾਨੂੰਨ ਦੇ ਮੂਹਰੇ ਸਾਰੇ ਹੀ ਬਰਾਬਰ ਨੇ, ਚਾਹੇ ਕੋਈ ਵੱਡਾ ਹੋਵੇ, ਚਾਹੇ ਕੋਈ ਛੋਟਾ ਹੋਵੇ, ਚਾਹੇ ਕੋਈ ਅਮੀਰ ਹੋਵੇ, ਚਾਹੇ ਗਰੀਬ ਹੋਵੇ। ਇਸ ਕਰਕੇ ਇਹ ਕਾਨੂੰਨੀ ਪ੍ਰਕਿਰਿਆ, FIR ਦਰਜ ਕੀਤੀ ਗਈ ਹੈ ਸਰਕਾਰ ਦੁਆਰਾ, ਮੈਟਰ ਅਦਾਲਤ ਦੇ ਵਿੱਚ ਚਲਿਆ ਗਿਆ ਹੈ। 8 ਮਾਰਚ ਤੱਕ ਅਦਾਲਤ ਨੇ ਕਿਹਾ ਕਿ ਇਹਨਾਂ ਦੀ ਕਸਟਡੀ ਰਹੇਗੀ। ਉਹਨਾਂ ਨੂੰ ਅੱਗੇ ਫਰਦਰ ਬੇਲ ਮਿਲਦੀ ਹੈ ਜਾਂ ਨਹੀਂ ਮਿਲਦੀ, ਇਹ ਕੋਰਟ ਦਾ ਮੈਟਰ ਹੈ। ਸੋ ਇਸ ਕਰਕੇ ਸਾਰੀਆਂ ਚੀਜ਼ਾਂ ਸਪਸ਼ਟ ਨੇ।
ਜੋ ਵੀ ਕੁਝ ਹੋਇਆ, ਜੋ ਘਟਨਾਕ੍ਰਮ ਹੋਇਆ, ਉਹ ਆਪਣੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਤੇ ਜੋ ਕਾਨੂੰਨੀ ਕਾਰਵਾਈ ਹੈ ਉਹ ਬਿਲਕੁਲ ਠੀਕ ਹੋ ਰਹੀ ਹੈ। ਜੋ ਅਦਾਲਤਾਂ ਦੇ ਫੈਸਲੇ ਨੇ ਉਹ ਸਾਰੀਆਂ ਧਿਰਾਂ ਨੂੰ ਮੰਨਣੇ ਹੀ ਪੈਣਗੇ, ਪਰ ਆਨਰ ਵੀ ਕਰਨਾ ਪਏਗਾ। ਵੈਦ ਜੀ, ਅਕਾਲੀ ਦਲ ਕਹਿ ਰਹੇ ਤੁਸੀਂ ਸਿਆਸੀ ਕਿਹੜਾ ਕੱਢ ਰਹੇ ਹੋ। ਦੇਖੋ, ਅਕਾਲੀ ਦਲ ਨੇ ਤਾਂ ਇਹ ਗੱਲਾਂ ਕਰਨੀਆਂ ਹੀ ਨੇ, ਇਹ ਤਾਂ ਅਦਾਲਤਾਂ ਹੁਣ ਵੇਖਣਗੀਆਂ। ਜਿਹੜੀ FIR ਹੋਈ ਹੈ ਉਹ ਐਵੇਂ ਨਹੀਂ ਹੋਈ ਹੈਗੀ, ਉਹ ਕਿਸੇ ਬਿਨਾਂ ਦੇ ਉੱਤੇ ਹੋਈ ਹੈ, ਉਹਦੇ ਵਿੱਚ ਤੱਥ ਨੇ, ਉਹਦੇ ਵਿੱਚ ਫੈਕਟਸ ਨੇ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਤੇ ਇਹ ਗੱਲ ਕਰਨੀ ਹੋਈ ਆ। ਇਹ ਤਾਂ ਹੁਣ ਅਦਾਲਤ ਦੱਸੇਗੀ ਨਾ, ਅਦਾਲਤ ਦੇ ਵਿੱਚ ਜੋ ਵੀ ਕੁਝ ਆਏਗਾ, ਅਦਾਲਤ ਇਹਦਾ ਜਿਹੜਾ ਬਿਲਕੁਲ ਜੋ ਇਹਦਾ ਫੈਸਲਾ ਹੈ ਉਹ ਠੀਕ ਹੋਏਗਾ। ਪਰ ਵੈਦ ਜੀ, ਇਕੱਲਾ ਅਕਾਲੀ ਦਲ ਨਹੀਂ, ਤੁਹਾਡੇ ਪੁਰਾਣੇ ਸਾਥੀ ਕੈਪਟਨ ਅਮਰਿੰਦਰ ਸਿੰਘ ਵੀ ਕਹਿ ਰਹੇ ਸੀ ਕੁਝ ਸਮਾਂ ਪਹਿਲਾਂ ਕਿ ਬੜਾ ਕਮਜ਼ੋਰ ਪਰਚਾ ਬੰਨਿਆ ਤੁਸੀਂ। ਕੈਪਟਨ ਅਮਰਿੰਦਰ ਸਿੰਘ ਵੀ ਹੁਣ ਆਪੋਜੀਸ਼ਨ 'ਚ ਹੀ ਨੇ। ਕੈਪਟਨ ਅਮਰਿੰਦਰ ਸਿੰਘ ਕਿਹੜਾ ਹੁਣ ਚੀਫ ਮਿਨਿਸਟਰ ਨੇ, ਇਹ ਤਾਂ ਉਹਨਾਂ ਨੂੰ ਵੀ ਪਤਾ ਹੈ। ਉਹਨਾਂ ਦੇ ਜਦੋਂ ਉਹ ਮੁੱਖ ਮੰਤਰੀ ਸੀ ਉਦੋਂ ਵੀ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਸੀਗਾ ਜੀ। ਸੋ ਇਸ ਕਰਕੇ ਇਹ ਗੱਲਾਂ ਜਿਹੜੀਆਂ ਨੇ ਕਰਨੀਆਂ ਆਪੋਜੀਸ਼ਨ ਨੇ ਤਾਂ ਕਹਿਣਾ ਹੀ ਹੈ, ਸ਼੍ਰੋਮਣੀ ਅਕਾਲੀ ਦਲ ਨੇ ਵੀ ਕਹਿਣਾ, ਕਿਉਂਕਿ ਉਹਨਾਂ ਦਾ ਇੱਕ ਬਹੁਤ ਵੱਡਾ ਲੀਡਰ ਇਨਵੋਲਡ ਹੈ। ਜੋ ਵੀ ਅਦਾਲਤ ਫੈਸਲਾ ਕਰੇਗੀ ਉਹ ਸਾਨੂੰ ਸਾਰਿਆਂ ਨੂੰ ਮਨਜ਼ੂਰ ਹੋਏਗਾ। ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਵੈਦ ਜੀ। ਨਿਤਿਕਾ, ਤੁਹਾਡਾ ਵੀ ਬਹੁਤ ਸ਼ੁਕਰੀਆ ਜਾਣਕਾਰੀ ਦੀ ਸਾਂਝ ਪਾਉਣ ਦੇ ਲਈ। ਤੁਹਾਨੂੰ ਦੱਸ ਦਈਏ ਕਿ ਬਿਕਰਮ ਸਿੰਘ ਮਜੀਠੀਆ ਨੂੰ ਕਸਟਡੀ ਦੇ ਭੇਜ ਦਿੱਤਾ ਗਿਆ 8 ਮਾਰਚ 2022, ਯਾਨੀ ਕਿ ਇਲੈਕਸ਼ਨ ਦਾ ਨਤੀਜਾ 2022 ਮਹੀਨਾ ਮਾਰਚ ਤਾਰੀਖ 10 ਨੂੰ ਆਉਣਾ ਹੈ, ਪਰ ਬਿਕਰਮ ਸਿੰਘ ਮਜੀਠੀਆ 8 ਤਰੀਕ ਤੱਕ, ਯਾਨੀ ਕਿ 2 ਦਿਨ ਪਹਿਲਾਂ ਤੱਕ 8 ਮਾਰਚ ਤੱਕ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤੇ ਗਏ ਨੇ। ਨਸ਼ਿਆਂ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਤੇ ਵੱਡੇ ਐਲੀਗੇਸ਼ਨ ਲੱਗਦੇ ਆਏ। ਹਾਲਾਂਕਿ ਇਹ FIR ਕਾਂਗਰਸ ਦੇ ਕਾਰਜਕਾਲ ਵਿੱਚ ਹੋਇਆ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਨ। ਉਸ ਵੇਲੇ ਇਸ FIR ਦੇ ਲਾਂਚ ਹੋਣ ਤੋਂ ਬਾਅਦ ਇੱਕ ਵੱਡੀ ਚਰਚਾ ਵਿਛੜੀ ਸੀ।